ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम। ਅੱਜ ਬਣਾਵਾਂਗੇ ਕਾਲਾ ਚਨਾ ਮਸਾਲਾ। ਬਹੁਤ ਹੀ ਆਸਾਨ ਜੀ ਤੇ ਮਜ਼ੇ ਦੀ ਰੈਸਪੀ ਹੈ। ਤੁਸੀਂ ਜੇ ਆਮ ਜਿਸ ਤਰੀਕੇ ਨਾਲ ਪਹਿਲੇ ਚਨੇ ਬਣਾਉਂਦੇ ਹੋ ਉਸ ਤਰੀਕੇ ਨਾਲ ਚਨੇ ਬਣਾਉਣਾ ਛੱਡ ਦਿਓ ਤੇ ਹੁਣ ਤੁਸੀਂ ਇਸੇ ਤਰੀਕੇ ਨਾਲ ਚਨੇ ਬਣਾਇਆ ਕਰੋ, ਕਿਉਂਕਿ ਬਹੁਤ ਹੀ ਮਜ਼ੇ ਦੇ ਬਣਦੇ ਆ। ਬਹੁਤ ਹੀ ਆਸਾਨ ਜੀ ਰੈਸਪੀ ਆ। ਸਾਰੇ ਬਣਾਉਂਦੇ ਤੇ ਤਕਰੀਬਨ ਇਹਨਾਂ ਚੀਜ਼ਾਂ ਨਾਲ ਹੀ ਆ, ਲੇਕਿਨ ਕਿਹੜਾ ਮਸਾਲਾ ਕਿਹੜੀ ਜਗ੍ਹਾ 'ਤੇ ਕਿਸ ਸਟੈਪ 'ਤੇ ਪਾਉਣਾ ਹੁੰਦਾ ਵਾ, ਉਹਦੇ ਨਾਲ ਹੀ ਸਾਰਾ ਜਿਹੜਾ ਨਾ ਟੇਸਟ ਜਿਹੜਾ ਵਾ ਉਹ ਚੇਂਜ ਹੋ ਜਾਂਦਾ ਵਾ। ਚਲੋ ਦੇਖਦੇ ਹਾਂ ਕਿ ਅੱਜ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਬਣਾਇਆ। ਬਿਲਕੁਲ ਸੌਫਟ ਮੱਖਣ ਮਲਾਈ ਤਰ੍ਹਾਂ ਦੇ ਤੁਹਾਡੇ ਚਨੇ ਬਣਨਗੇ। ਜੇ ਤੁਹਾਡੇ ਚਨੇ ਬਣਨ ਤੋਂ ਬਾਅਦ, ਪੱਕਣ ਤੋਂ ਬਾਅਦ ਇਹਨਾਂ ਨੂੰ ਤੁਸੀਂ ਸ਼ੋਰਬਾ ਲਾ ਲਓ ਜਾਂ ਵੈਸੇ ਥੋੜ੍ਹੀ ਬਹੁਤ ਗ੍ਰੇਵੀ ਰੱਖੋ, ਸਖਤ ਹੋ ਜਾਂਦੇ ਆ। ਉਹ ਕਿਉਂ ਹੋ ਜਾਂਦੇ ਉਹ ਵੀ ਤੁਹਾਨੂੰ ਅੱਜ ਦੱਸਾਂਗੇ। ਚਲੋ ਆਪਾਂ ਦੇਖਦੇ ਹਾਂ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਬਣਾਇਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। 5 ਤੋਂ 6 ਘੰਟੇ ਵਾਸਤੇ ਤੁਸੀਂ ਚਨੇ ਭਿਗੋ ਦੇਣੇ ਆ। ਮੈਂ ਇੱਥੇ ਤੁਹਾਨੂੰ ਅੱਧਾ ਕਿਲੋ ਚਨੇ ਦੀ ਰੈਸਪੀ ਦੇ ਰਹੀ ਹਾਂ, ਅਤੇ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਵੱਧ ਘੱਟ ਜਿੰਨੀ ਤੁਹਾਨੂੰ ਜ਼ਰੂਰਤ ਹੈ ਉਸ ਹਿਸਾਬ ਦੇ ਨਾਲ ਇਹਨਾਂ ਨੂੰ ਐਡਜਸਟ ਕਰ ਸਕਦੇ ਹੋ, ਲੇਕਿਨ ਮਸਾਲਿਆਂ ਦੀ ਰੇਸ਼ੋ ਤੁਸੀਂ ਇਹੀ ਰੱਖਣੀ ਹੈ। ਮਸਾਲੇ ਇਸ ਹਿਸਾਬ ਨਾਲ ਵੱਧ ਘੱਟ ਪਾ ਲਿਓ। ਅਤੇ ਇੱਕ ਲਸਣ ਦੀ ਪੂਰਾ ਗੰਢਾ ਜਿਹੜਾ ਹੁੰਦਾ ਨਾ ਉਹ ਪੂਰਾ ਛਿਲ ਕੇ ਇਹਦੇ ਵਿੱਚ ਮੈਂ ਸ਼ਾਮਲ ਕਰ ਦਿੱਤਾ ਵਾ। ਸਾਬਤ ਹੀ ਲਸਣ ਸ਼ਾਮਲ ਕਰ ਲਿਓ। ਇਹਦੇ ਨਾਲ ਟੇਸਟ ਜਿਹੜਾ ਵਾ ਬਹੁਤ ਜ਼ਿਆਦਾ ਅੱਛਾ ਨਿਕਲਦਾ ਵਾ। ਪਿਆਜ਼ ਸ਼ਾਮਲ ਕਰਾਂਗੇ। 3 ਮੀਡੀਅਮ ਸਾਈਜ਼ ਦੇ ਪਿਆਜ਼ ਜਿਹੜੇ ਰਫਲੀ ਕੱਟ ਕੇ ਤੁਸੀਂ ਸ਼ਾਮਲ ਕਰ ਦਿਓ। ਬੇਸ਼ੱਕ ਤੁਸੀਂ ਪਿਆਜ਼ ਵੀ ਇਹਦੇ ਵਿੱਚ ਸਾਬਤ ਹੀ 2-2 3-3 ਪੀਸ ਕਰਕੇ ਸ਼ਾਮਲ ਕਰ ਦਿਓ, ਕਿਉਂਕਿ ਚਨੇ ਗਲ ਜਾਣਗੇ ਅਤੇ ਇਹ ਚੀਜ਼ਾਂ ਵੀ ਗਲ ਜਾਣਗੀਆਂ। ਅਤੇ ਟਮਾਟਰ ਸ਼ਾਮਲ ਕਰਾਂਗੇ। 2 ਦੇ ਟਮਾਟਰ ਬੜੇ ਸਾਈਜ਼ ਦੇ ਆ ਮੇਰੇ ਕੋਲ, ਤੁਹਾਡੇ ਕੋਲ ਛੋਟੇ ਹੋਣ ਤਾਂ ਤੁਸੀਂ 3 ਵੀ ਸ਼ਾਮਲ ਕਰ ਸਕਦੇ ਹੋ। ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ। ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਕਾਲੇ ਚਨੇ ਜਦੋਂ ਵੀ ਤੁਸੀਂ ਭਿਗੋਵੋ, ਇਹਨਾਂ ਨੂੰ ਕੋਈ ਚੀਜ਼ ਵੀ ਇਹਦੇ ਵਿੱਚ ਮੈਂ ਕਦੀ ਵੀ ਕੋਈ ਚੀਜ਼ ਨਹੀਂ ਪਾ ਕੇ ਭਿਗੋਇਆ ਇਹਨਾਂ ਨੂੰ। ਅਤੇ ਬਿਲਕੁਲ ਇਹਨਾਂ ਨੂੰ ਸਾਫ਼ ਪਾਣੀ ਨਾਲ ਅੱਛੇ ਤਰੀਕੇ ਨਾਲ ਧੋ ਕੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ 6 ਤੋਂ 7 ਘੰਟੇ ਵਾਸਤੇ। ਹਲਦੀ ਸ਼ਾਮਲ ਕਰ ਦਿੱਤੀ ਹੈ ਅੱਧਾ ਚਮਚ। 1 ਚਮਚ ਸੁਰਖ ਮਿਰਚ ਦਾ ਸ਼ਾਮਲ ਕਰ ਦਿੱਤਾ। ਅੱਧਾ ਕਿਲੋ ਚਨੇ ਦੀ ਰੈਸਪੀ ਹੈ ਅਤੇ ਮਸਾਲੇ ਸਾਰੇ ਪਰਫੈਕਟ ਆ। ਕੋਈ ਵੀ ਮਸਾਲਾ ਬਹੁਤ ਜ਼ਿਆਦਾ ਤੇਜ਼ ਨਹੀਂ ਗਾ ਅਤੇ ਜਾਂ ਬਿਲਕੁਲ ਵੀ ਇਹ ਫਿੱਕਾ ਬਿਮਾਰਾਂ ਵਾਲਾ ਟੇਸਟ ਜਿਹੜਾ ਕੁਛ ਲੋਕ ਕਹਿੰਦੇ ਨਾ ਖਾਣੇ ਦੇ ਵਿੱਚ, ਉਹ ਵੀ ਨਹੀਂ ਆਏਗਾ। ਤੁਹਾਨੂੰ ਇਸ ਤਰ੍ਹਾਂ ਹੀ ਲੱਗੇਗਾ ਜਿਸ ਤਰ੍ਹਾਂ ਤੁਸੀਂ ਕਿਸੇ ਬੜੇ ਰੈਸਟੋਰੈਂਟ 'ਤੇ ਬੈਠ ਕੇ ਖਾਣਾ ਖਾ ਰਹੇ ਹੋ। ਨਮਕ ਪਾ ਦਿੱਤਾ ਵਾ ਟੇਸਟ ਦੇ ਅਕੋਰਡਿੰਗ, ਤਕਰੀਬਨ ਪੌਣਾ ਚਮਚ ਮੈਂ ਸ਼ਾਮਲ ਕੀਤਾ ਵਾ। ਅਤੇ ਅੱਧਾ ਕਿਲੋ ਚਨੇ ਸੀਗੇ ਅਤੇ ਇਹਦੇ ਵਿੱਚ ਮੈਂ 1.5 ਲੀਟਰ ਪਾਣੀ ਸ਼ਾਮਲ ਕੀਤਾ। ਇਹਨਾਂ ਚੀਜ਼ਾਂ ਦਾ ਤੁਸੀਂ ਬਿਲਕੁਲ ਖਿਆਲ ਰੱਖਣਾ ਵਾ। 1.5 ਲੀਟਰ ਪਾਣੀ ਸ਼ਾਮਲ ਕੀਤਾ ਵਾ। ਅਤੇ ਦੂਸਰੇ ਨੰਬਰ 'ਤੇ ਇੱਕ ਇਹਤਿਆਤ ਤੁਹਾਨੂੰ ਹੋਰ ਦੱਸਾਂਗੇ ਕਿ ਜਦੋਂ ਤੁਸੀਂ ਚਨੇ ਭਿਗੋ ਕੇ ਰੱਖਦੇ ਹੋ ਕਾਲੇ ਚਨੇ, ਕੋਈ ਮਿੱਠਾ ਸੋਡਾ ਜਾਂ ਨਮਕ ਵਗੈਰਾ ਲਾਉਣ ਦੀ ਜ਼ਰੂਰਤ ਨਹੀਂ। ਅਤੇ ਤੁਸੀਂ ਇਹਨਾਂ ਨੂੰ ਭਿਗੋ ਕੇ ਬਿਲਕੁਲ ਵੀ ਧੁੱਪ ਦੇ ਵਿੱਚ ਵੀ ਨਹੀਂ ਰੱਖਣਾ। ਕੁਛ ਲੋਕ ਇਸ ਤਰ੍ਹਾਂ ਕਰਦੇ ਆ, ਚਨੇ ਭਿਗੋ ਕੇ ਅਤੇ ਧੁੱਪ 'ਚ ਰੱਖ ਦਿੰਦੇ ਆ, ਲੇਕਿਨ ਧੁੱਪ 'ਚ ਵੀ ਨਹੀਂ ਰੱਖਣਾ ਇਹਨਾਂ ਨੂੰ ਤੁਸੀਂ। ਅਤੇ ਇਹਨਾਂ ਨੂੰ ਤੁਸੀਂ ਅੰਦਰ ਛਾਂ 'ਚ ਹੀ ਪੈ ਰਹਿਣ ਦੇਣਾ ਵਾ ਅਤੇ ਬਹੁਤ ਜ਼ਬਰਦਸਤ ਜਿਹਾ ਟੇਸਟ ਆਏਗਾ ਇਹਨਾਂ ਦਾ। ਅਤੇ ਇਹਨਾਂ ਦੇ ਅੱਛੇ ਟੇਸਟ ਵਾਸਤੇ ਇੱਕ ਤਕਨੀਕ ਤਾਂ ਇਹ ਹੋਊਗੀ ਕਿ ਤੁਸੀਂ ਬਿਲਕੁਲ ਇਹਨਾਂ ਨੂੰ ਧੁੱਪ 'ਚ ਨਹੀਂ ਰੱਖਣਾ, ਭਿਗੋ ਕੇ ਛਾਂ ਦੇ ਵਿੱਚ ਹੀ ਰੱਖਣਾ ਵਾ। 5-6 ਘੰਟੇ ਵਾਸਤੇ ਭਿਗਾਉਣੇ ਆ ਤੁਸੀਂ, ਓਵਰਨਾਈਟ ਵੀ ਭਿਗੋ ਸਕਦੇ। ਦੂਸਰੀ ਤਕਨੀਕ ਇਹ ਆ ਕਿ ਜਦੋਂ ਤੁਸੀਂ ਇਹਨੂੰ ਵੇਟ ਲਾਉਂਦੇ ਹੋ ਨਾ, ਵੇਟ ਲਾਉਣ ਤੋਂ ਬਾਅਦ ਕੀ ਕਰਨਾ ਵਾ, ਇਹਨਾਂ ਨੂੰ ਚਨਿਆਂ ਨੂੰ ਮੈਂ ਹੁਣ ਇਹਨਾਂ ਨੂੰ ਵੇਟ ਲਾ ਦਿਆਂਗੀ। ਵੇਟ ਲਾਉਣ ਤੋਂ ਬਾਅਦ ਜਦੋਂ ਤਕਰੀਬਨ 20 ਮਿੰਟ ਤੱਕ ਇਹਨਾਂ ਨੂੰ ਵਿਸਲ 'ਤੇ ਰੱਖਿਆ, ਜਦੋਂ ਵੇਟ ਹਿੱਲਣਾ ਸ਼ੁਰੂ ਹੋ ਗਈ, 15 ਮਿੰਟ ਉਹ ਅਤੇ 5 ਮਿੰਟ ਪਹਿਲੇ ਜਿੰਨੀ ਦੇਰ ਤੱਕ ਵੇਟ ਨਹੀਂ ਹਿੱਲੀ, ਟੋਟਲ 20 ਮਿੰਟ। ਅਤੇ ਜਦੋਂ ਇਹਨੂੰ ਖੋਲ੍ਹਣਾ ਵਾ ਤੁਸੀਂ, ਜਦੋਂ ਇਹਨੂੰ ਵੇਟ ਨੂੰ, ਅਤੇ ਦੇਖੋ ਜਿੰਨੀ ਦੇਰ ਵੇਟ ਨੂੰ ਤੁਸੀਂ ਬਿਲਕੁਲ ਨਹੀਂ ਉਤਾਰਨਾ, ਜਿੰਨੀ ਦੇਰ ਤੱਕ ਇਹ ਵਾਲੀ ਪਿੰਨ ਵਾ ਨਾ ਇਹ ਨੀਚੇ ਨਾ ਹੋ ਜਾਵੇ। ਕਿਉਂਕਿ ਜਦੋਂ ਤੁਸੀਂ ਇਸੇ ਤਰ੍ਹਾਂ ਵੇਟ ਨੂੰ ਉਠਾ ਕੇ ਅਤੇ ਸਾਰੀ ਸਟੀਮ ਬਾਹਰ ਕੱਢਦੇ ਹੋ, ਉਹਦੇ ਨਾਲ ਕੀ ਹੁੰਦਾ ਵਾ ਕਿ ਸਾਰਾ ਟੇਸਟ ਜਿਹੜਾ ਵਾ ਚੀਜ਼ ਦਾ ਉਹ ਵੀ ਬਾਹਰ ਨਿਕਲ ਜਾਂਦਾ। ਇਹ ਚੀਜ਼ ਬਿਲਕੁਲ ਤੁਸੀਂ ਆਜ਼ਮਾ ਕੇ ਦੇਖ ਲਓ। ਦੇਖੋ ਜਦੋਂ ਪਿੰਨ ਨੀਚੇ ਹੋਏਗੀ ਉਸ ਤੋਂ ਬਾਅਦ ਤੁਸੀਂ ਵੇਟ ਨੂੰ ਉਤਾਰਨਾ ਵਾ ਅਤੇ ਉਸ ਤੋਂ ਬਾਅਦ ਤੁਸੀਂ ਕੁੱਕਰ ਨੂੰ ਖੋਲ੍ਹਣਾ ਵਾ। ਇਹ ਕੀ ਗਲਤੀ ਬਿਲਕੁਲ ਨਹੀਂ ਕਰਨੀ ਕਿ ਫੌਰਨ ਦੇ ਨਾਲ ਵੇਟ ਲੋਕ ਉਠਾ ਦਿੰਦੇ ਆ। ਉਹਦੇ ਨਾਲ ਕੀ ਹੁੰਦਾ, ਸਾਰਾ ਟੇਸਟ ਵੀ ਚੀਜ਼ ਦਾ ਜਿਹੜਾ ਵਾ ਨਾ ਉਹ ਬਾਹਰ ਨਿਕਲ ਜਾਂਦਾ ਵਾ। ਇਸ ਚੀਜ਼ ਨੂੰ ਤੁਸੀਂ ਬਿਲਕੁਲ ਆਜ਼ਮਾ ਕੇ ਦੇਖਿਓ, ਬਹੁਤ ਜ਼ਬਰਦਸਤ ਤੁਹਾਡੇ ਜਿਹੜੀ ਵੀ ਚੀਜ਼ ਤੁਸੀਂ ਬਣਾਓਗੇ ਕੁੱਕਰ ਦੇ ਵਿੱਚ ਉਹ ਬਣੇਗੀ। ਅਤੇ ਇਹ ਦੇਖੋ ਮਾਸ਼ਾਅੱਲਾ ਪਾਣੀ ਮੈਂ ਜ਼ਿਆਦਾ ਲਾਇਆ ਸੀ, ਉਹ ਮੈਂ ਕਿਸ ਲਈ ਲਾਇਆ ਸੀ ਉਹ ਵੀ ਮੈਂ ਤੁਹਾਨੂੰ ਦੱਸਾਂਗੀ। ਕਿਉਂਕਿ ਚਨੇ ਆਪਣੇ ਗਲ ਚੁੱਕੇ ਆ ਬਹੁਤ ਅੱਛੇ ਤਰੀਕੇ ਨਾਲ, ਮੱਖਣ ਮਲਾਈ ਤਰ੍ਹਾਂ ਚਨੇ ਗਲ ਗਏ ਆ, ਲੇਕਿਨ ਆਪਣਾ ਪਾਣੀ ਹਜੇ ਹੈਗਾ ਵਾ। ਇਹਨੂੰ ਪਾਣੀ ਨੂੰ ਆਪਾਂ ਇੱਥੇ ਡਰਾਈ ਤੁਸੀਂ ਕਰਨਾ ਚਾਹੋ ਤਾਂ ਕਰ ਸਕਦੇ, ਲੇਕਿਨ ਮੈਂ ਇਹਨਾਂ ਨੂੰ ਡਰਾਈ ਨਹੀਂ ਕਰਾਂਗੀ ਇੱਥੇ। ਇਸ ਪਾਣੀ ਨੂੰ ਮੈਂ ਇਹਦੇ ਵਿੱਚੋਂ ਕੱਢ ਲਾਂਗੀ। ਇਹ ਦੇਖੋ ਮਾਸ਼ਾਅੱਲਾ ਚਨੇ ਆਪਣੇ ਬਹੁਤ ਅੱਛੇ ਤਰੀਕੇ ਨਾਲ ਗਲ ਗਏ ਆ। ਬਾਕੀ ਇਹ ਮਸਾਲੇ ਤੁਹਾਨੂੰ ਥੋੜ੍ਹੇ ਥੋੜ੍ਹੇ ਖੜੇ ਨਜ਼ਰ ਆ ਰਹੇ ਆ ਨਾ, ਇਹ ਵੀ ਬਿਲਕੁਲ ਅੱਛੇ ਤਰੀਕੇ ਦੇ ਨਾਲ ਹੋਣੀ, ਇਹਨਾਂ ਨੇ ਵੀ ਗਲ ਜਾਣਾ ਵਾ। ਤੁਹਾਨੂੰ ਮੈਂ ਚਨਾ ਚੈੱਕ ਕਰਵਾਉਂਦੀ ਹਾਂ। ਇਹ ਦੇਖੋ ਮਾਸ਼ਾਅੱਲਾ ਕਿੰਨੇ ਜ਼ਬਰਦਸਤ ਚਨੇ ਗਲ ਗਏ ਆ। ਪਾਣੀ ਥੋੜ੍ਹਾ ਜਿਹਾ ਐਕਸਟਰਾ ਇਸੇ ਲਈ ਸ਼ਾਮਲ ਕੀਤਾ ਸੀ ਕਿ ਚਨੇ ਵੀ ਆਪਣੇ ਗਲ ਜਾਣ ਅਤੇ ਪਾਣੀ ਵੀ ਬਿਲਕੁਲ ਡਰਾਈ ਨਾ ਹੋਵੇ। ਇਹੀ ਪਾਣੀ ਆਪਾਂ ਕੱਢ ਲਾਂਗੇ ਅਤੇ ਜਦੋਂ ਬਾਅਦ ਦੇ ਵਿੱਚ ਆਪਾਂ ਇਹ ਪਾਣੀ ਜਦੋਂ ਲਾਣਾ ਵਾ, ਇਹਨੂੰ ਥੋੜ੍ਹੀ ਬਹੁਤ ਗ੍ਰੇਵੀ ਰੱਖਣੀ ਹੋਵੇ ਤਾਂ ਵੀ ਥੋੜ੍ਹਾ ਬਹੁਤ ਪਾਣੀ ਤਾਂ ਲਾਣਾ ਹੀ ਪੈਂਦਾ ਵਾ। ਅਤੇ ਇਸ ਲਈ ਇਹ ਪਾਣੀ ਆਪਾਂ ਉਸੇ ਲਈ ਬਚਾਵਾਂਗੇ। ਜੇ ਤੁਸੀਂ ਸ਼ੋਰਬੇ ਵਾਲੇ ਚਨੇ ਬਣਾਉਣੇ ਆ ਤਾਂ ਤੁਸੀਂ ਬੇਸ਼ੱਕ ਇਹਦੇ ਵਿੱਚ ਪਹਿਲੇ ਹੀ ਪਾਣੀ 2 ਲੀਟਰ ਲਾ ਸਕਦੇ ਹੋ।
ਤੇ ਜਾਂ ਫਿਰ ਜੇ ਤੁਸੀਂ ਇੰਨਾ ਜ਼ਿਆਦਾ ਪਾਣੀ ਨਹੀਂ ਲਾਣਾ ਚਾਹੁੰਦੇ ਤੇ ਫਿਰ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਉਹ ਤੁਸੀਂ ਪਾਣੀ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਲਾਣਾ ਵਾ ਚਨਿਆਂ ਨੂੰ, ਕਿ ਤੁਹਾਡੇ ਚਨੇ ਜਿਹੜੇ ਆ ਬਾਅਦ ਵਿੱਚ ਸਖਤ ਨਹੀਂ ਹੋਣਗੇ, ਬਿਲਕੁਲ ਮੱਖਣ ਮਲਾਈ ਤਰ੍ਹਾਂ ਨਰਮ ਰਹਿਣਗੇ। ਤੇ ਮੈਂ ਹੁਣ ਕੈਮਰਾ ਪਿੱਛੇ ਕਰਨ ਦੀ ਬਜਾਏ ਬਾਰ-ਬਾਰ ਇੱਧਰ ਉੱਧਰ ਤੇ ਮੈਂ ਤੁਹਾਨੂੰ ਇੱਥੇ ਦੱਸ ਦਿੰਦੀ ਹਾਂ। ਇੱਕ ਮੈਂ ਸਟੇਨਰ ਲੈ ਲਿਆ ਵਾ ਤੇ ਇੱਕ ਬਰਤਨ ਲੈ ਲਿਆ ਵਾ ਜ਼ਰਾ। ਇਸੇ ਤਰ੍ਹਾਂ ਵੀ ਤੁਸੀਂ ਵੀ ਜਦੋਂ ਗਰਮ ਪਾਣੀ ਕੱਢਣਾ ਹੋਵੇ ਨਾ, ਕੋਈ ਇਸ ਤਰ੍ਹਾਂ ਹੈਂਡਲ ਵਾਲਾ ਬਰਤਨ ਹੀ ਹੋਵੇ ਤੇ ਜ਼ਿਆਦਾ ਬਿਹਤਰ ਰਹਿੰਦਾ ਵਾ, ਕਿਉਂਕਿ ਫਿਰ ਪਾਣੀ ਨਾਲ ਹੱਥ ਵਗੈਰਾ ਨਹੀਂ ਜਲਦਾ ਜਦੋਂ ਤੁਸੀਂ ਉਹਨੂੰ ਦੁਬਾਰਾ ਚੁੱਕ ਕੇ ਪਾਉਣਾ ਹੁੰਦਾ ਵਾ। ਇਹ ਮੇਰਾ ਸਟੇਨਰ ਗਿਰ ਗਿਆ ਸੀ ਵਿੱਚ, ਤੇ ਇਹ ਦੇਖੋ ਇਸੇ ਤਰੀਕੇ ਨਾਲ ਸਾਰਾ ਤੁਸੀਂ ਛਾਣ ਕੇ ਵੀ ਪਾਣੀ ਦੇ ਨਾਲ ਚਨੇ ਤੇ ਆਉਣਗੇ ਹੀ ਆਉਣਗੇ ਜਦੋਂ ਵੀ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਕੱਢਾਂਗੇ। ਤੇ ਇਹ ਦੇਖੋ ਇਸ ਤਰ੍ਹਾਂ ਸਾਰਾ ਪਾਣੀ ਜਿਹੜਾ ਵਾ ਮੈਂ ਦੇ ਵਿੱਚੋਂ ਕੱਢ ਲਾਂਗੀ ਸਟੇਨਰ ਦੇ ਨਾਲ, ਤੇ ਚਨੇ ਜਿਹੜੇ ਆ ਦੁਬਾਰਾ ਆਪਾਂ ਇਹਦੇ ਵਿੱਚ ਪਾਈ ਜਾਵਾਂ। ਕੋਈ ਜ਼ਿਆਦਾ ਲੰਬਾ ਟਾਈਮ ਨਹੀਂ ਲੱਗਦਾ, 1 ਤੋਂ 1.5 ਮਿੰਟ ਲੱਗੇਗਾ ਇੰਨੇ ਕੁ ਪ੍ਰੋਸੈਸ ਨੂੰ। ਲੇਕਿਨ ਇਹ ਵਾ ਕਿ ਤੁਹਾਡਾ ਜਿਹੜਾ ਨਾ ਚਨੇ ਬਹੁਤ ਮਜ਼ੇ ਦੇ ਬਣਨਗੇ। ਇਸ ਪਾਣੀ ਨੂੰ ਆਪਾਂ ਬਾਅਦ ਦੇ ਵਿੱਚ ਗ੍ਰੇਵੀ ਵਾਸਤੇ ਯੂਜ਼ ਕਰਾਂਗੇ। ਚਨਿਆਂ ਦੀ ਭੁਨਾਈ ਜਿਹੜੀ ਕਰਨੀ ਆ ਉਹ ਵੀ ਆਪਾਂ ਇਸੇ ਪਾਣੀ ਦੇ ਨਾਲ ਕਰਨੀ ਆ। ਤੇ ਪਾਣੀ ਮੈਂ ਸਾਰਾ ਕੱਢ ਲਵਾਂ। ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖ ਚੁੱਕੇ ਹੋ, ਤੁਹਾਨੂੰ ਵੀਡੀਓ ਅੱਛੀ ਲੱਗੇ ਤੇ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਜਦੋਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਆ ਜੇ, ਕਿਉਂਕਿ ਜੇ ਬੈਲ ਆਈਕਨ ਨੂੰ ਤੁਸੀਂ ਪ੍ਰੈਸ ਕਰੋਗੇ ਤੇ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਬਹੁਤ ਹੀ ਆਸਾਨੀ ਨਾਲ ਪਹੁੰਚ ਜਾਏਗਾ ਤੇ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਸਾਡੀਆਂ ਮਜ਼ੇ ਦੀਆਂ ਜ਼ਬਰਦਸਤੀਆਂ ਰੈਸਿਪੀਜ਼। ਮੇਰੇ ਬਾਕੀ ਦੇ ਚੈਨਲ ਦਾ ਵੀ ਵਿਜ਼ਿਟ ਕਰੋ। ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਣ ਤੇ ਜ਼ਰੂਰ ਉਹਨਾਂ ਨੂੰ ਵੀ ਲਾਈਕ ਕਰੋ ਤੇ ਸ਼ੇਅਰ ਕਰੋ ਆਪਣੇ ਫੈਮਿਲੀ ਤੇ ਫਰੈਂਡਸ ਦੇ ਵਿੱਚ। ਬਹੁਤ ਹੀ ਆਸਾਨ ਤੇ ਲੋ ਬਜਟ ਲੋ ਕਾਸਟ ਰੈਸਪੀਜ਼ ਲੈ ਕੇ ਆਉਂਦੀ ਹਾਂ ਮੈਂ। ਤੇ ਕੋਸ਼ਿਸ਼ ਮੇਰੀ ਇਹ ਹੁੰਦੀ ਆ ਕਿ ਰੈਸਪੀ ਇੰਨੀ ਆਸਾਨ ਹੋਵੇ ਕਿ ਜਿਹੜੀਆਂ ਬੱਚੀਆਂ ਨੇ ਨਵੀਂ ਕੁਕਿੰਗ ਸ਼ੁਰੂ ਕੀਤੀ ਆ ਉਹਨਾਂ ਨੂੰ ਵੀ ਜਿਹੜੀ ਹੈ ਨਾ ਕੁਕਿੰਗ ਕਰਨੀ ਆਸਾਨ ਲੱਗੇ। ਉਹਨਾਂ ਦਾ ਬਣਿਆ ਹੋਇਆ ਹੱਥ ਦਾ ਖਾਣਾ ਸਾਰੇ ਪਸੰਦ ਕਰਨ। ਛੋਟੇ ਟਿਪਸ ਤੇ ਟ੍ਰਿਕਸ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਨਾ ਜ਼ਬਰਦਸਤ ਆ ਜਿਹੜਾ ਆਪਣਾ ਨਾ ਖਾਣਾ ਬਣ ਜਾਂਦਾ ਵਾ, ਲੇਕਿਨ ਆਪਾਂ ਇਹਨਾਂ ਚੀਜ਼ਾਂ ਨੂੰ ਫੋਲੋ ਨਹੀਂ ਕਰਦੇ। ਤੇ ਇਹ ਦੇਖੋ ਮਾਸ਼ਾਅੱਲਾ ਪਾਣੀ ਮੈਂ ਹੁਣ ਕੱਢ ਲਿਆ ਵਾ। ਥੋੜ੍ਹਾ ਜਿਹਾ ਪਾਣੀ ਇਹਦੇ ਵਿੱਚ ਰਹਿ ਗਿਆ ਵਾ, ਇਹਦਾ ਕੋਈ ਇਸ਼ੂ ਨਹੀਂਗਾ। ਇੰਨੇ ਹੋਣੀ ਇਹਦੇ ਵਿੱਚ ਆ ਦੇਖੋ ਇੰਨਾ ਕੁ ਪਾਣੀ ਨਿਕਲਿਆ ਵਾ ਤੇ ਪਾਣੀ ਇੰਨੇ ਹੁਣੀ ਡਰਾਈ ਹੋ ਜਾਣਾ ਵਾ। ਹੁਣ ਇਹਦੇ ਵਿੱਚ ਆਪਾਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਹੋਰ ਸ਼ਾਮਿਲ ਕਰਾਂਗੇ। ਪਹਿਲੇ ਆਪਾਂ ਸਿਰਫ ਨਮਕ ਮਿਰਚ ਤੇ ਹਲਦੀ ਹੀ ਸ਼ਾਮਿਲ ਕੀਤੀ ਸੀ। ਹੁਣ ਇਹ ਦੇਖੋ ਅਦਰਕ ਤੇ ਜਿਹੜਾ ਸਬਜ਼ ਮਿਰਚਾਂ 5 ਤੋਂ 6 ਸਬਜ਼ ਮਿਰਚਾਂ ਤੇ 1 ਇੰਚ ਅਦਰਕ ਦਾ ਟੁਕੜਾ ਮੈਂ ਇਹਨੂੰ ਫਰੈਸ਼ਲੀ ਕੁੱਟ ਲਿਆ, ਕੁੰਡੀ ਦੇ ਵਿੱਚ ਕੁੱਟ ਕੇ ਸ਼ਾਮਿਲ ਕੀਤਾ ਵਾ ਇਹਦੇ ਵਿੱਚ। ਤੇ ਇਹਦੇ ਨਾਲ ਜਿਹੜਾ ਟੇਸਟ ਬਹੁਤ ਹੀ ਜ਼ਬਰਦਸਤ ਆਏਗਾ। ਜੇ ਪਹਿਲਾਂ ਹੀ ਤੁਸੀਂ ਅਦਰਕ ਤੇ ਲਸਣ ਦੋਨੀ ਚੀਜ਼ਾਂ ਪਾ ਦਿਓਗੇ ਤੇ ਉਹਦੇ ਨਾਲ ਟੇਸਟ ਉਹ ਨਹੀਂ ਬਣਦਾ ਜਿੰਨਾ ਇਸ ਤਰੀਕੇ ਨਾਲ ਤੁਸੀਂ ਇਸ ਸਟੈਪ ਤੇ ਅਦਰਕ ਪਾਓਗੇ। ਤੇ ਹਰ ਚੀਜ਼ ਦੇ ਵਿੱਚ ਜਿਹੜਾ ਨਾ ਥੋੜ੍ਹਾ ਜਿਹਾ ਇਹੀ ਹੋ ਜਾਂਦਾ ਵਾ ਕਿ ਮਸਾਲੇ ਪਾਉਣ ਦਾ ਹੀ ਅੱਗਾ ਪਿੱਛਾ ਹੁੰਦਾ, ਜਿਹਦੇ ਨਾਲ ਨਾ ਜ਼ਬਰਦਸਤ ਜਿਹਾ ਟੇਸਟ ਆ ਜਾਂਦਾ ਵਾ। ਤੇ ਬਾਜ਼ੂ ਔਕਾਤ ਉਹੀ ਮਸਾਲੇ ਜਦੋਂ ਆਪਾਂ ਥੋੜ੍ਹੇ ਜਿਹੇ ਫ਼ਰਕ ਨਾਲ ਪਾ ਲਈਦੇ ਆ ਤੇ ਟੇਸਟ ਅੱਛਾ ਨਹੀਂ ਬਣਦਾ। ਤੇ ਇਹ ਹੁਣ ਇਹਦੇ ਵਿੱਚ ਮੈਂ ਸੁੱਕਾ ਧਨੀਆ ਕੁੱਟਿਆ ਹੋਇਆ ਤੇ ਕੁੱਟਿਆ ਹੋਇਆ ਜ਼ੀਰਾ ਸ਼ਾਮਿਲ ਕਰ ਦਿੱਤਾ ਵਾ ਤੇ ਇਹਨਾਂ ਦੀ ਭੁਨਾਈ ਕਰਾਂਗੇ। ਹੁਣ ਇਹਦੇ ਵਿੱਚ ਆਪਾਂ ਘੀ ਵੀ ਸ਼ਾਮਿਲ ਕਰਾਂਗੇ। ਪਾਣੀ ਥੋੜ੍ਹਾ ਜਿਹਾ ਹੋਰ ਰਿਡਿਊਸ ਹੋ ਰਿਹਾ ਵਾ, ਇਹਨੂੰ ਵੀ ਨਾਲ ਰਿਡਿਊਸ ਕਰ ਲਾਂਗੇ ਤੇ ਨਾਲ ਇਹਦੇ ਵਿੱਚ ਆਪਾਂ ਘੀ ਸ਼ਾਮਿਲ ਕਰ ਦਿਆਂਗੇ। ਬਿਲਕੁਲ ਤੁਸੀਂ ਇੰਨਾ ਕੁ ਪਾਣੀ ਜਦੋਂ ਰਹਿ ਜਾਵੇ ਉਦੋਂ ਵੀ ਘੀ ਸ਼ਾਮਿਲ ਕਰ ਸਕਦੇ ਹੋ, ਕੋਈ ਇਸ਼ੂ ਨਹੀਂ। ਬਹੁਤ ਅੱਛੇ ਤਰੀਕੇ ਦੇ ਨਾਲ ਭੁਨਾਈ ਹੋ ਜਾਏਗੀ। ਹੁਣ ਇਹਦਾ ਮਸਲਾ ਆ ਗਿਆ, ਇਹਨੂੰ ਆਪਾਂ ਭੁੰਨਣਾ ਕਿੰਨਾ, ਇਹਨੂੰ ਕਾਫੀ ਅੱਛੇ ਤਰੀਕੇ ਦੇ ਨਾਲ ਤੁਸੀਂ ਭੁੰਨਣਾ ਵਾ। ਥੋੜ੍ਹਾ ਪਾਣੀ ਦਾ ਛਿੱਟਾ ਲਾ ਕੇ, ਪਾਣੀ ਦਾ ਛਿੱਟਾ ਵੀ ਤੁਸੀਂ ਇਹੀ ਲਾਣਾ ਜਿਹੜਾ ਤੁਸੀਂ ਇਹਦੇ ਵਿੱਚੋਂ ਕੱਢਿਆ ਵਾ, ਉਸੇ ਪਾਣੀ ਨੂੰ ਲਾ ਕੇ ਤੇ ਇਹਨੂੰ ਆਪਾਂ ਭੁੰਨਾਂਗੇ। ਘੀ ਸ਼ਾਮਿਲ ਕਰਾਂਗੇ ਇਹਦੇ ਵਿੱਚ, ਤਕਰੀਬਨ ਪੌਣਾ ਕੱਪ ਮੈਂ ਇਹਦੇ ਵਿੱਚ ਘੀ ਦਾ ਸ਼ਾਮਿਲ ਕਰ ਦਿੱਤਾ ਅੰਦਾਜ਼ੇ ਦੇ ਨਾਲ। ਤੇ ਤੁਸੀਂ ਜੇ ਘੀ ਵੱਧ ਘੱਟ ਖਾਂਦੇ ਹੋ ਤੇ ਆਪਣਾ ਹਿਸਾਬ ਦੇ ਨਾਲ ਤੁਸੀਂ ਜਾਂ ਤੁਸੀਂ ਆਇਲ ਇਸਤੇਮਾਲ ਕਰਦੇ ਹੋ ਤਾਂ ਆਇਲ ਵੀ ਇਹਦੇ ਵਿੱਚ ਪਾ ਸਕਦੇ ਹੋ, ਲੇਕਿਨ ਖਾਣਿਆਂ ਦਾ ਜੋ ਟੇਸਟ ਘੀ ਦੇ ਨਾਲ ਆਉਂਦਾ ਵਾ ਉਹ ਆਇਲ ਦੇ ਨਾਲ ਨਹੀਂ ਆਉਂਦਾ। ਬੁਣਾਈ ਤੇ ਤੁਸੀਂ ਕੋਈ ਕੰਪਰੋਮਾਈਜ਼ ਨਹੀਂ ਕਰਨਾ, ਬਹੁਤ ਹੀ ਅੱਛੇ ਤਰੀਕੇ ਦੇ ਨਾਲ ਭੁੰਨਣਾ ਵਾ ਇਹਨਾਂ ਨੂੰ। ਤੇ ਇਹ ਟਮਾਟਰ ਦੇ ਛਿਲਕੇ ਜਿਹੜੇ ਬੜੇ ਵਿੱਚ ਨਜ਼ਰ ਆ ਰਹੇ ਆ, ਇਹਨਾਂ ਨੂੰ ਮੈਂ ਕੱਢ ਲਾਂਗੀ ਵਿੱਚੋਂ। ਜੇ ਤੁਸੀਂ ਬਾਰੀਕ ਕੱਟ ਕੇ ਟਮਾਟਰ ਪਾਏ ਆ ਫਿਰ ਤਾਂ ਕੋਈ ਇਸ਼ੂ ਨਹੀਂ ਹੁੰਦਾ। ਤੇ ਇਹ ਬੜੇ ਮੈਂ ਉਸ ਤਰ੍ਹਾਂ ਹੀ ਸਾਬਤ ਪੀਸ ਹੀ ਸ਼ਾਇਦ ਦੇ ਵਿੱਚ ਬੜੇ ਪੀਸ ਪਾਤੇ ਸੀ, ਤੇ ਇਸ ਲਈ ਮੈਂ ਇਹਨੂੰ ਟਮਾਟਰਾਂ ਦੇ ਛਿਲਕੇ ਜਿਹੜੇ ਆ ਉਹ ਇਹਨਾਂ ਨੂੰ ਕੱਢ ਲਾਂਗੀ। ਕੋਈ ਬਹੁਤ ਜ਼ਿਆਦਾ ਮਿਹਨਤ ਨਾਲ ਵੀ ਨਹੀਂ ਇਹ ਚਨੇ ਬਣ ਰਹੇ, ਬਹੁਤ ਹੀ ਆਸਾਨ ਜੀ ਰੈਸਪੀ ਹੈ, ਕੋਈ ਜ਼ਿਆਦਾ ਮਿਹਨਤ ਨਹੀਂ ਹੋਈ। ਤੇ ਦੇਖੋ ਫਿਰ ਵੀ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਹੈ ਤੇ ਮਜ਼ੇਦਾਰ ਆਪਣੇ ਚਨੇ ਬਣਨਗੇ। ਬਹੁਤ ਹੀ ਅੱਛੀ ਖੁਸ਼ਬੂ ਆ ਰਹੀ ਆ। ਵੀਡੀਓ ਨੂੰ ਤੁਸੀਂ ਜ਼ਰੂਰ ਲਾਈਕ ਕਰਨਾ ਵਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਵਾ, ਨਾਲ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਨਾ ਵਾ। ਤੇ ਇਹ ਦੇਖੋ ਮਾਸ਼ਾਅੱਲਾ ਜ਼ਬਰਦਸਤ ਜੇ ਚਨੇ ਆਪਣੇ ਭੁੰਨ ਹੋ ਰਹੇ ਆ। ਥੋੜ੍ਹਾ ਪਾਣੀ ਦਾ ਛਿੱਟਾ ਲਾ ਕੇ ਤੇ ਇਹਨਾਂ ਦੀ ਮੈਂ ਅੱਛੇ ਤਰੀਕੇ ਦੇ ਨਾਲ ਬੁਣਾਈ ਕਰ ਲਾਂਗੀ। ਜੇ ਤੁਸੀਂ ਇਹਨਾਂ ਨੂੰ ਇਹ ਦੇਖੋ ਮਾਸ਼ਾਅੱਲਾ ਪਾਣੀ ਵੀ ਖੁਸ਼ਕ ਹੋ ਗਿਆ ਵਾ। ਤੇ ਜੇ ਤੁਸੀਂ ਇਹਨਾਂ ਨੂੰ ਜੇ ਸਿਰਫ ਥੋੜ੍ਹੀ ਜਿਹੀ ਗ੍ਰੇਵੀ ਰੱਖਣੀ ਆ ਤੇ ਮਸਾਲਾ ਜਾਂ ਬਲਕਿ ਬਸ ਰੱਖਣਾ ਵਾ ਤੇ ਜਿਹੜਾ ਪਾਣੀ ਆਪਾਂ ਕੱਢਿਆ ਸੀ ਇਹਦੇ ਵਿੱਚੋਂ ਉਹ ਕਾਫੀ ਆ, ਸਿਰਫ ਉਹੀ ਪਾਣੀ ਇਹਦੇ ਵਿੱਚ ਆਪਾਂ ਸ਼ਾਮਿਲ ਕਰ ਦਿਆਂਗੇ ਤੇ ਜ਼ਬਰਦਸਤ ਜਿਹਾ ਟੇਸਟ ਵੀ ਆਏਗਾ ਤੇ ਚਨੇ ਜਿਹੜੇ ਆ ਉਹ ਆਪਣੇ
ਬਿਲਕੁਲ ਸਖਤ ਵੀ ਨਹੀਂ ਹੋਣਗੇ। ਸਖਤ ਕਿਉਂ ਨਹੀਂ ਹੋਣਗੇ? ਕਿਉਂਕਿ ਪਾਣੀ ਨੂੰ ਮੈਂ ਦੁਬਾਰਾ ਉਹਨੂੰ ਗਰਮ ਕਰ ਲਿਆ ਸੀ। ਗਰਮ ਕਰਕੇ ਹੀ ਇਹਦੇ ਵਿੱਚ ਸ਼ਾਮਿਲ ਕਰਨਾ ਵਾ। ਇਹ ਦੇਖੋ ਚਨੇ ਅੱਛੇ ਤਰੀਕੇ ਨਾਲ ਭੁੰਨ ਗਏ ਆ। ਦਰਮਿਆਨ 'ਚ ਤੁਸੀਂ ਜਗ੍ਹਾ ਬਣਾ ਕੇ ਦੇਖ ਸਕਦੇ ਹੋ। ਦੇਖੋ ਮਾਸ਼ਾਅੱਲਾ ਘੀ ਕਿੰਨੇ ਅੱਛੇ ਤਰੀਕੇ ਨਾਲ ਰਿਲੀਜ਼ ਹੋ ਰਿਹਾ ਵਾ। ਅਤੇ ਘੀ ਵੀ ਮੈਂ ਬਹੁਤ ਜ਼ਿਆਦਾ ਨਹੀਂ ਸ਼ਾਮਿਲ ਕੀਤਾ ਕਿ ਓਵਰ ਘੀ ਆਪਾਂ ਇਹਦੇ ਵਿੱਚ ਪਾ ਲਿਆ ਵਾ ਟੇਸਟ ਆਏਗਾ ਅੱਛਾ। ਜਿੰਨੀ ਅੱਛੀ ਬਣਾਈ ਕਰਾਂਗੇ ਉਨਾ ਜ਼ਬਰਦਸਤ ਟੇਸਟ ਆਏਗਾ। ਅਤੇ ਚਮਚ ਦੇ ਨਾਲ ਥੋੜ੍ਹਾ ਥੋੜ੍ਹਾ ਚਨਿਆਂ ਨੂੰ ਤੁਸੀਂ ਮੈਸ਼ ਕਰ ਲਓ ਤਾਂ ਕਿ ਗ੍ਰੇਵੀ ਜਿਹੜੀ ਆਪਣੀ ਅੱਛੀ ਜਿਹੀ ਬਣ ਜਾਵੇ। ਦੇਖੋ ਕਿੰਨੀ ਆਸਾਨੀ ਦੇ ਨਾਲ ਇਹ ਮੈਸ਼ ਹੋ ਰਿਹਾ। ਸਾਰੇ ਚਨਿਆਂ ਨੂੰ ਮੈਸ਼ ਨਹੀਂ ਕਰ ਦੇਣਾ, ਬਸ ਥੋੜ੍ਹੇ ਜਿਹੇ ਇਸ ਤਰ੍ਹਾਂ ਤੁਸੀਂ ਮੈਸ਼ ਕਰ ਲੈਣੇ, ਕਿਉਂਕਿ ਕਾਲੇ ਚਨੇ ਜਿਹੜੇ ਆ ਬਿਲਕੁਲ ਘੁਲੇ ਹੋਏ ਆਪਸ 'ਚ ਜੁੜੇ ਹੋਏ ਹੀ ਅੱਛੇ ਲੱਗਦੇ ਆ, ਫਿਰ ਹੀ ਇਹ ਮਜ਼ੇ ਦੇ ਲੱਗਦੇ ਆ। ਅਤੇ ਇਹ ਪਾਣੀ ਜਿਹੜਾ ਵਾ ਇਹ ਮੈਂ ਸਾਰਾ ਇਹਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਤੇ ਸ਼ਾਮਿਲ ਕਰ ਰਹੀ ਹਾਂ। ਥੋੜ੍ਹਾ ਥੋੜ੍ਹਾ ਕਰਕੇ ਇਸ ਲਈ ਸ਼ਾਮਿਲ ਕੀਤਾ ਵਾ ਕਿ ਕਿਉਂਕਿ ਮੈਂ ਇਹਨਾਂ ਨੂੰ ਬਿਲਕੁਲ ਥੋੜ੍ਹੇ ਜਿਹੇ ਮਸਾਲੇ ਵਾਲੇ ਹੀ ਰੱਖਣੇ ਆ ਕਿ ਜ਼ਿਆਦਾ ਨਾ ਹੋ ਜਾਵੇ, ਇਸ ਲਈ ਮੈਂ ਪਾਣੀ ਥੋੜ੍ਹਾ ਥੋੜ੍ਹਾ ਕਰਕੇ ਸ਼ਾਮਿਲ ਕੀਤਾ। ਲੇਕਿਨ ਇਹ ਪਾਣੀ ਸਾਰਾ ਹੀ ਜਿਹੜਾ ਨਾ ਇਹਦੇ ਵਿੱਚ ਯੂਜ਼ ਹੋ ਗਿਆ ਸੀ। ਅਤੇ ਜੇ ਤੁਸੀਂ ਇਹਨੂੰ ਸ਼ੋਰਬਾ ਲਾਣਾ ਵਾ, ਇਸ ਤਰ੍ਹਾਂ ਥੋੜ੍ਹਾ ਜਿਹਾ ਮਸਾਲਾ ਨਹੀਂ ਰੱਖਣਾ, ਸ਼ੋਰਬਾ ਲਾਣਾ ਵਾ, ਅਤੇ ਫਿਰ ਤੁਸੀਂ ਕੀ ਕਰੋਗੇ? ਆਪਣੀ ਜ਼ਰੂਰਤ ਦੇ ਮੁਤਾਬਿਕ ਜਿੰਨੇ ਪਾਣੀ ਦਾ ਤੁਸੀਂ ਸ਼ੋਰਬਾ ਲਾਣਾ ਵਾ ਉਹਨੂੰ ਪਾਣੀ ਨੂੰ ਇੱਕ ਦਫਾ ਅੱਛੇ ਤਰੀਕੇ ਨਾਲ ਬੋਆਇਲ ਦੋਗੇ। ਬੋਆਇਲ ਦੇ ਕੇ ਫਿਰ ਉਹਨੂੰ ਤੁਸੀਂ ਇਹਦੇ ਵਿੱਚ ਸ਼ਾਮਿਲ ਕਰਨਾ ਚਨਿਆਂ ਵਿੱਚ। ਉਹਦੇ ਨਾਲ ਕੀ ਹੋਏਗਾ? ਚਨੇ ਜਿਹੜੇ ਤੁਹਾਡੇ ਜੋ ਤੁਸੀਂ ਠੰਡਾ ਪਾਣੀ ਪਾਉਂਦੇ ਹੋ ਅਤੇ ਚਨੇ ਜਿਹੜੇ ਆ ਉਹ ਬਾਅਦ ਦੇ ਵਿੱਚ ਦੁਬਾਰਾ ਸਖਤ ਹੋ ਜਾਂਦੇ ਆ। ਅਤੇ ਇਸ ਲਈ ਤੁਸੀਂ ਪਾਣੀ ਨੂੰ ਬੋਆਇਲ ਕਰਕੇ ਜੋਸ਼ ਦਿਲਾ ਕੇ ਅਤੇ ਫਿਰ ਇਹਦੇ ਵਿੱਚ ਸ਼ਾਮਿਲ ਕਰਨਾ ਵਾ। ਜੋਸ਼ ਨਹੀਂ ਵੀ ਦਿਲਾਣਾ ਅਤੇ ਫਿਰ ਵੀ ਅੱਛਾ ਗਰਮ ਪਾਣੀ ਹੋਣਾ ਚਾਹੀਦਾ ਵਾ ਤਾਂ ਕਿ ਤੁਹਾਡੇ ਚਨੇ ਜਿਹੜੇ ਆ ਉਹ ਦੁਬਾਰਾ ਹਾਰਡ ਨਾ ਹੋ ਜਾਣ। ਅਤੇ ਇਹ ਅੱਛੇ ਤਰੀਕੇ ਦੇ ਨਾਲ ਆਪਣਾ ਜਿਹੜਾ ਥੋੜ੍ਹਾ ਬਹੁਤ ਆਪਾਂ ਪਾਣੀ ਲਾਇਆ ਸੀਗਾ ਇਹ ਪੱਕ ਗਿਆ ਵਾ। ਤਕਰੀਬਨ 1.5 ਤੋਂ 2 ਮਿੰਟ ਹੀ ਮੈਂ ਇਹਨੂੰ ਰੱਖਿਆ ਸੀਗਾ। ਅਤੇ ਇਸ ਤੋਂ ਬਾਅਦ ਹੁਣ ਇਹਦੇ ਵਿੱਚ ਗਰਮ ਮਸਾਲਾ ਅੱਧਾ ਚਮਚ ਸ਼ਾਮਿਲ ਕਰ ਦਿੱਤਾ ਵਾ। ਅਤੇ ਸਬਜ਼ ਧਨੀਆ ਸ਼ਾਮਿਲ ਕਰਾਂਗੇ। ਮੈਨੂੰ ਬਹੁਤ ਮੁਸ਼ਕਿਲ ਲੱਗਦਾ ਵਾ ਧਨੀਏ ਨੂੰ ਜਦੋਂ ਧੋ ਕੇ ਅਤੇ ਸ਼ਾਮਿਲ ਕਰੀਦਾ ਨਾ, ਹੱਥਾਂ ਦੇ ਨਾਲ ਚਿਪਕ ਜਾਂਦਾ ਵਾ ਅਤੇ ਮੈਨੂੰ ਮੁਸ਼ਕਿਲ ਲੱਗਦਾ। ਇਸ ਲਈ ਅੱਜ ਮੈਂ ਇਹਦਾ ਇਹੀ ਹਾਲ ਸੋਚਿਆ ਕਿ ਇਹਨੂੰ ਮੈਂ ਸਟੇਨਰ ਦੇ ਉੱਪਰ ਹੀ ਧੋਵਾਂਗੀ ਅਤੇ ਸਟੇਨਰ ਦੇ ਨਾਲ ਹੀ ਇਹਦੇ ਵਿੱਚ ਸ਼ਾਮਿਲ ਕਰ ਦਿਆਂਗੇ। ਅਤੇ ਇਹਨੂੰ ਹੁਣ ਆਪਾਂ ਥੋੜ੍ਹੀ ਦੇਰ ਵਾਸਤੇ ਦਮ 'ਤੇ ਰੱਖ ਦਿੱਤਾ, ਫਲੇਮ ਬੰਦ ਕਰ ਦਿੱਤਾ 1-2 ਮਿੰਟ ਤੋਂ ਬਾਅਦ। ਅਤੇ ਹੁਣ ਤੁਹਾਨੂੰ ਇਹਦੀ ਚੈੱਕ ਕਰਵਾਉਂਦੇ ਹਾਂ ਫਾਈਨਲ ਲੁੱਕ। ਦੇਖੋ ਮਾਸ਼ਾਅੱਲਾ ਮਾਸ਼ਾਅੱਲਾ ਜ਼ਬਰਦਸਤ ਜਿਹੇ ਮੱਖਣ ਮਲਾਈ ਤਰ੍ਹਾਂ ਜਿਹੜੇ ਨਰਮ ਚਨੇ ਆਪਣੇ ਬਣੇ ਆ। ਬਹੁਤ ਹੀ ਜ਼ਬਰਦਸਤ ਜਿਹੇ ਚਨੇ ਆਪਣੇ ਤਿਆਰ ਹੋ ਗਿਆ। ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ। ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਤੁਸੀਂ ਇਹਨਾਂ ਚਨਿਆਂ ਨੂੰ ਸੁਬਾਹ ਨਾਸ਼ਤੇ ਵਿੱਚ ਵੀ ਬਣਾ ਸਕਦੇ ਹੋ, ਲੰਚ ਵਿੱਚ ਵੀ ਬਣਾ ਸਕਦੇ ਹੋ, ਡਿਨਰ 'ਚ ਬਣਾ ਸਕਦੇ ਹੋ। ਮਹਿਮਾਨ ਆਉਣ 'ਤੇ ਤੁਸੀਂ ਉਹਨਾਂ ਨੂੰ ਵੀ ਖਿਲਾ ਸਕਦੇ ਹੋ। ਜ਼ਰੂਰ ਤੁਹਾਨੂੰ ਪੁੱਛਣਗੇ ਕਿ ਤੁਸੀਂ ਕਿਹੜੇ ਵੱਡੇ ਹੋਟਲ ਤੋਂ ਇਹ ਮੰਗਵਾਏ ਆ। ਇੰਨੇ ਕੁ ਮਜ਼ੇ ਦੇ ਬਣਨਗੇ, ਇੰਨੇ ਕੁ ਲਜ਼ੀਜ਼ ਬਣਨਗੇ। ਬਸ ਤੁਸੀਂ ਖਿਆਲ ਇਹ ਰੱਖਣਾ ਵਾ ਕਿ ਪਾਣੀ ਦੀ ਜਿਹੜੀ ਮੇਜਰਮੈਂਟ ਦੱਸੀ ਆ, ਪਾਣੀ ਪਾਉਣ ਦਾ ਤਰੀਕਾ ਜਿਹੜਾ ਦੱਸਿਆ ਵਾ, ਅਤੇ ਮਸਾਲੇ ਕਿਹੜੇ ਮਸਾਲੇ ਕਿਸ ਟਾਈਮ 'ਤੇ ਤੁਸੀਂ ਇਹਦੇ ਵਿੱਚ ਪਾਉਣੇ ਆ। ਸਾਰਾ ਕੁਛ ਇੱਕ ਹੀ ਟਾਈਮ ਨਹੀਂ ਪਾ ਦੇਣਾ। ਕਿ ਕੁਛ ਲੋਕ ਇਸ ਤਰ੍ਹਾਂ ਹੀ ਕਰਦੇ ਆ ਕਿ ਚਨਿਆਂ ਨੂੰ ਜਦੋਂ ਪਹਿਲੇ ਬੋਆਇਲ ਕਰਨ ਵਾਸਤੇ ਰੱਖਦੇ ਸਾਰਾ ਕੁਛ ਉਹਦੇ ਵਿੱਚ ਉਦੋਂ ਹੀ ਸ਼ਾਮਿਲ ਕਰ ਦਿੰਦੇ। ਉਹਦੇ ਨਾਲ ਟੇਸਟ 'ਤੇ ਬਹੁਤ ਫ਼ਰਕ ਪੈਂਦਾ ਵਾ। ਅਤੇ ਬਾਕੀ ਇਹਨਾਂ ਦੀ ਜਿੰਨੀ ਅੱਛੇ ਤਰੀਕੇ ਨਾਲ ਤੁਸੀਂ ਭੁਨਾਈ ਕਰੋਗੇ, ਜਿੰਨਾ ਅੱਛੇ ਤਰੀਕੇ ਨਾਲ ਚਨਿਆਂ ਦੀ ਭੁਨਾਈ ਹੋਵੇ ਓਨਾ ਹੀ ਜ਼ਬਰਦਸਤ ਟੇਸਟ ਨਿਕਲਦਾ ਵਾ। ਅਤੇ ਇਹ ਦੇਖੋ ਮਾਸ਼ਾਅੱਲਾ ਜ਼ਬਰਦਸਤ ਜਿਹਾ ਚਨਾ ਮਸਾਲਾ ਆਪਣਾ ਤਿਆਰ ਹੋ ਗਿਆ। ਹੁਣ ਇਹਦੇ ਵਿੱਚ ਆਪਾਂ ਉੱਪਰ ਇਹਦੇ ਪਾਵਾਂਗੇ ਦੇਸੀ ਘੀ। ਤੁਸੀਂ ਦੇਸੀ ਘੀ ਨਹੀਂ ਪਾਉਣਾ ਚਾਹੁੰਦੇ ਤਾਂ ਨਹੀਂ ਪਾ ਨਾ ਹੀ ਪਾਓ। ਅਤੇ ਇਹ ਬਿਲਕੁਲ ਆਪਸ਼ਨਲ ਆ ਦੇਸੀ ਘੀ ਪਾਉਣਾ। ਅਤੇ ਦੇਖੋ ਮਾਸ਼ਾਅੱਲਾ ਮਾਸ਼ਾਅੱਲਾ ਜ਼ਬਰਦਸਤ ਜਿਹਾ ਬਹੁਤ ਹੀ ਜ਼ਬਰਦਸਤ ਅਤੇ ਟੇਸਟੀ ਆਪਣਾ ਸਾਲਨ ਤਿਆਰ ਹੋ ਗਿਆ ਵਾ। ਬਸ ਇਹ ਤੁਸੀਂ ਖਿਆਲ ਰੱਖਣਾ ਵਾ ਜੇ ਤੁਸੀਂ ਉਹਨੂੰ ਸ਼ੋਰਬਾ ਲਾਉਣਾ ਵਾ ਅਤੇ ਤਾਂ ਵੀ ਤੁਸੀਂ ਉਹਨੂੰ ਪਾਣੀ ਨੂੰ ਅੱਛੇ ਤਰੀਕੇ ਨਾਲ ਬੋਆਇਲ ਕਰਕੇ ਅਤੇ ਫਿਰ ਹੀ ਇਹਦੇ ਵਿੱਚ ਸ਼ਾਮਿਲ ਕਰਨਾ ਵਾ। ਅਤੇ ਪਹਿਲੇ ਜਾਂ ਪਾਣੀ ਜ਼ਿਆਦਾ ਪਾ ਲਓ ਅਤੇ ਉਸ ਪਾਣੀ ਨੂੰ ਕੱਢ ਲਓ। ਉਹਦੇ ਨਾਲ ਕੀ ਹੁੰਦਾ ਵਾ ਕਿ ਇੱਕ ਯਖਨੀ ਵਾਲਾ ਟੇਸਟ ਆ ਜਾਂਦਾ ਵਾ, ਜਿਹੜਾ ਕਿ ਬਹੁਤ ਹੀ ਮਜ਼ੇਦਾਰ ਲੱਗਦਾ ਵਾ, ਬਹੁਤ ਹੀ ਜ਼ਬਰਦਸਤ ਜਿਹਾ ਲੱਗਦਾ ਵਾ। ਛੋਟੀਆਂ ਛੋਟੀਆਂ ਟਿਪਸ ਅਤੇ ਟ੍ਰਿਕਸ ਹੁੰਦੀਆਂ ਵਾ ਜਿਨ੍ਹਾਂ 'ਤੇ ਅਮਲ ਕਰਕੇ ਆਪਾਂ ਆਪਣੀ ਕੁਕਿੰਗ ਨੂੰ ਅੱਛਾ ਕਰ ਸਕਦੇ ਹਾਂ। ਬਹੁਤ ਹੀ ਜ਼ਬਰਦਸਤ ਜਿਹੀ ਕੁਕਿੰਗ ਹੁੰਦੀ ਆ। ਅਤੇ ਘਰ ਦੇ ਵਿੱਚ ਖਾਣਾ ਪਸੰਦ ਕਰਦੇ ਆ ਬਜਾਏ ਦੇ ਕਿ ਉਹ ਬਾਹਰੋਂ ਜਾ ਕੇ ਖਾਣਾ ਖਾਣ। ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਚੈਨਲ 'ਤੇ ਨਵੇਂ ਤਾਂ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਕਿਸੇ ਨੈਕਸਟ ਵੀਡੀਓ 'ਚ। ਉਦੋਂ ਤੱਕ ਲਈ ਅੱਲਾ ਹਾਫਿਜ਼।